ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ 2 ਦਿਨਾਂ ਪੰਜਾਬ ਦੌਰੇ ਤੇ ਹਨ, ਜਿੱਥੇ ਉਹਨਾਂ ਮਾਨਸਾ ਵਿਖੇ ਨਰਮਾ ਕਾਸ਼ਤਕਾਰ ਕਿਸਾਨਾਂ ਦੇ ਦੁੱਖੜੇ ਸੁਣੇ। ਇਸ ਦੇ ਬਾਅਦ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਖੇਤੀਬਾੜੀ ਆਧਾਰਿਤ ਇੰਡਸਟਰੀ भी लगाई जाएगी। दुनिया के इतिहास का सबसे बड़ा धरना चल रहा है। 1 साल से 11 महीने से ऊपर हो गए, 11 महीने से ऊपर वहां पे बैठे हैं। 600 से ज्यादा किसान अपनी शहादत दे चुके हैं, लेकिन इन पार्टियों और इन नेताओं के इनको कोई फर्क नहीं पड़ता। आज इस मंच से मैं एक बड़ा बयान देके जा रहा हूं। हो सकता है आपको यह लगे केजरीवाल बड़ी बात कर रहा है, ऐसे नहीं हो सकता। लेकिन केजरीवाल जो कहता है वो करता है। मैं बड़ा सोच समझ के बोलता हूं। मैं पूरी जिम्मेदारी के साथ आम आदमी पार्टी की तरफ से आपको यह विश्वास दिलाता हूं, फरवरी के महीने में चुनाव है, मार्च के महीने में नतीजे आ जाएंगे। 1 अप्रैल के बाद से पंजाब के अंदर किसी किसान को खुदकुशी नहीं करने देंगे हम लोग। हमारी जिम्मेदारी है, उसके लिए जो करना पड़ेगा हम करेंगे। लेकिन बहुत हो गया, अब 70 साल हो गए। 70 साल के अंदर अगर हम ये, इसका मतलब इनकी नीयत खराब थी। ऐसा नहीं कि ये हो नहीं सकता, इनकी नीयत खराब थी। पहले कहते थे स्कूल ठीक नहीं हो सकते, सरकारी स्कूल, दिल्ली में करके दिखा दिए। पहले कहते थे सरकारी अस्पताल ठीक नहीं हो सकते थे, दिल्ली में करके दिखा दिया। मैंने दिल्ली में जब पहला चुनाव लड़ा, मैंने कहा मैं बिजली फ्री कर दूंगा, मेरा मजाक उड़ाते थे ये सारे पार्टी वाले। दिल्ली में करके दिखाई कि नहीं दिखाई? आज मैं आपको वादा करके जा रहा हूं, 1 अप्रैल के बाद से पंजाब के अंदर कोई किसान खुदकुशी नहीं करेगा। किसी किसान को हम खुदकुशी नहीं करने देंगे। ਤੇ ਉਧਰ ਬਠਿੰਡਾ ਸਿਵਲ ਸਕੱਤਰੇਤ ਕਿਸਾਨਾਂ ਵੱਲੋਂ 4 ਦਿਨ ਤੋਂ ਮੁਕੰਮਲ ਰੂਪ ਵਿੱਚ ਬੰਦ ਕੀਤਾ ਹੋਇਆ ਹੈ, ਜਿੱਥੇ ਨਰਮਾ ਕਾਸ਼ਤਕਾਰ ਕਿਸਾਨ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦਾ ਪੂਰਨ ਮੁਆਵਜ਼ਾ ਮੰਗ ਰਹੇ ਹਨ। ਪ੍ਰਸ਼ਾਸਕੀ ਅਧਿਕਾਰੀਆਂ ਨੇ ਦੱਸਿਆ ਕਿ ਕੰਮਕਾਜ ਚੱਲ ਰਿਹਾ ਹੈ ਅਤੇ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਸਰਕਾਰ ਜਲਦੀ ਹੀ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦੇਵੇਗੀ। ਕਿ ਜਿਹੜਾ ਕਿਸਾਨਾਂ ਵੱਲੋਂ ਕਰਾਓ ਹੈ ਚੱਲ ਰਿਹਾ, ਜਿਹੜਾ ਉਹਦੇ ਸੰਬੰਧ 'ਚ ਅਸੀਂ ਆਪਣੇ ਪੱਧਰ 'ਤੇ, ਜ਼ਿਲ੍ਹਾ ਪੱਧਰ 'ਤੇ ਵਿਸ਼ੇਸ਼ ਤੌਰ 'ਤੇ ਕਿਸਾਨ ਜਥੇਬੰਦੀਆਂ ਨਾਲ ਅਸੀਂ ਮੀਟਿੰਗਸ ਕਰਾਓ ਹੋਣ ਤੋਂ ਪਹਿਲਾਂ ਵੀ ਕੀਤੀਆਂ ਸੀਗੀਆਂ ਅਤੇ ਕਰਾਓ ਦੇ ਦੌਰਾਨ ਵੀ ਅਸੀਂ ਕੀਤੀਆਂ। ਸਾਡੀ ਮੀਟਿੰਗ ਪਰਸੋਂ ਵੀ ਸ਼ਾਮੀ ਹੋਈ ਹੈ, ਕੱਲ੍ਹ ਵੀ ਸਾਡੇ ਅਫਸਰ ਸਾਡੇ ਨਾਲ ਕਨੈਕਟਡ ਰਹੇ ਹੈ। ਮੈਂ ਵੀ ਮੀਟਿੰਗ ਸ਼ਾਮਲ ਸੀ ਪਰਸੋਂ, ਔਰ ਅਸੀਂ ਉਹਨਾਂ ਨਾਲ ਸੰਪਰਕ 'ਚ ਹੈਗੇ ਹਾਂ। ਈਵਨ ਗਵਰਨਮੈਂਟ ਦੇ ਇਹ ਧਿਆਨ 'ਚ ਹੈਗਾ। ਬੇਸਿਕਲੀ ਇਹਦੀ ਰਿਪੋਰਟਿੰਗ ਗੁਲਾਬੀ ਸੁੰਡੀ ਦੇ ਸੰਬੰਧ 'ਚ ਮੁਆਵਜ਼ੇ ਦੀ ਗੱਲ ਹੈਗੀ ਆ, ਉਹਦੀ ਰਿਪੋਰਟਿੰਗ ਜਿਹੜੀ ਹੈ ਸਰਕਾਰ ਨੂੰ ਜਿਹੜੀ ਹੈਗੀ ਅਸੀਂ ਭੇਜ ਰਹੇ ਹਾਂ। ਕੱਲ੍ਹ ਸਾਡੀ ਰਿਪੋਰਟ ਜਾਊਗੀ, ਔਰ ਕਿਉਂਕਿ ਇਹ ਪ੍ਰੋਸੈਸ ਹੁੰਦਾ ਹੈ, ਜਦੋਂ ਰਿਪੋਰਟ ਆਪਾਂ ਕਰਦੇ ਹਾਂ ਕਿਸੇ ਵੀ ਨੁਕਸਾਨ ਦੇ ਸੰਬੰਧ 'ਚ ਹੇਠੋਂ ਤੋਂ ਲੈ ਕੇ ਉੱਪਰ ਤੱਕ ਅਫਸਰ ਸਮਾਨ ਉਹਨਾਂ ਨੇ ਮੌਕੇ 'ਤੇ ਜਾ ਕੇ ਆਪਦਾ ਚੈੱਕ ਕਰਨਾ ਹੁੰਦਾ ਹੈ। ਸੋ ਇੱਕ ਪ੍ਰੋਸੈਸ ਹੈ, ਉਹ ਪ੍ਰੋਸੈਸ ਅਡੋਪਟ ਕਰਕੇ ਉਹ ਰਿਪੋਰਟਿੰਗ ਅਸੀਂ ਕਰਨੀ ਹੈ। ਸਰ, ਜਿਹੜਾ ਪ੍ਰਭਾਵਿਤ ਹੋ ਰਿਹਾ ਕੰਮ, ਉਹਦਾ ਕੋਈ ਬਦਲਵੇਂ ਪ੍ਰਬੰਧ? ਦੇਖੋ, ਇਸ ਤਰ੍ਹਾਂ ਹੈ ਵੀ ਪ੍ਰਭਾਵਿਤ ਕੰਮ ਥੋੜ੍ਹਾ ਬਹੁਤ ਜ਼ਰੂਰ ਹੋ ਰਿਹਾ, ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਹੋ ਰਿਹਾ, ਪਰ ਅਸੀਂ ਬਦਲਵਾਂ ਇਹ ਹੈਗਾ ਵੀ ਅਸੀਂ ਵੱਖ-ਵੱਖ ਲੋਕੇਸ਼ਨਾਂ 'ਤੇ ਰੈਸਟ ਹਾਊਸ ਜਾਂ ਹੋਰ ਕਿਤੇ ਬੈਠ ਕੇ ਅਸੀਂ ਮੀਟਿੰਗਸ ਵਗੈਰਾ ਕਰਦੇ ਹਾਂ। ਜਿਵੇਂ ਹੁਣ ਇਸ ਵੇਲੇ ਜਿਵੇਂ ਪ੍ਰੋਕਿਉਰਮੈਂਟ ਦਾ ਸੀਜ਼ਨ ਹੈ, ਪੈਡੀ ਦਾ, ਝੋਨੇ ਦਾ ਸੀਜ਼ਨ ਹੈ, ਮੰਡੀਆਂ ਵਿੱਚ ਖਰੀਦੋ ਫਰੋਖਤ ਹੋ ਰਹੀ ਹੈ, ਉਹ ਅਸੀਂ ਰੋਜ਼ ਰੂਟੀਨ ਦੇ ਮੈਟਰ ਦੇ ਤੌਰ 'ਤੇ ਰੋਜ਼ ਹੀ ਅਸੀਂ ਉਸ ਦੀ ਮੀਟਿੰਗ ਕਰਦੇ ਹਾਂ ਨਾ। ਅਸੀਂ ਉਹ ਕੰਮ ਨਹੀਂ ਰੁਕਣ ਦਿੰਦੇ। ਜਿਹੜੇ ਮੇਨ ਪ੍ਰਾਇਓਰਟੀ ਵਾਲੇ ਕੰਮ ਉਹ ਸਾਡੇ ਸਾਰੇ ਚੱਲ ਰਹੇ। ਕਦੋਂ ਤੱਕ ਉਮੀਦ ਲਗਾਈ ਜਾਂਦੀ ਕਿਸਾਨਾਂ 'ਚ? ਦੇਖੋ, ਇਹ ਅਸੀਂ ਉਹਨਾਂ ਨਾਲ ਟੱਚ ਹੈਗੇ ਹਾਂ। ਉਹਨਾਂ ਦੀ ਕੁਝ ਡਿਮਾਂਡ ਹੈਗੀ ਹੈ, ਉਹ ਡਿਮਾਂਡ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਵੀ ਐਜ਼ ਪਰ ਦੀ ਜਿੰਨਾ ਕੈਲਕੂਲੇਸ਼ਨਸ ਕਰਕੇ ਅਸੀਂ ਉਹਨਾਂ ਡਿਸਕਸ਼ਨਸ ਕੀਤੀਆਂ ਵੀ ਕਿਸ ਤਰੀਕੇ ਨਾਲ ਕਿੰਨੀ ਜਿਹੜੀ ਆ ਹੋਣੀ ਚਾਹੀਦੀ ਹੈ, ਪਰ ਉਹਨਾਂ ਦੀ ਡਿਮਾਂਡ ਜ਼ਿਆਦਾ ਹੈਗੀ ਹੈ। ਉਹ ਅਸੀਂ ਕਨਵੇ ਗਵਰਨਮੈਂਟ ਨੂੰ ਕੀਤਾ ਤੇ ਫੈਸਲਾ ਗਵਰਨਮੈਂਟ ਵੱਲੋਂ ਹੋਊਗਾ। ਜਿੱਥੇ ਨਰਮਾ ਕਾਸ਼ਤਕਾਰ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਬੇਮੌਸਮੀ ਬਰਸਾਤ ਦੇ ਨਾਲ ਕਿਸਾਨਾਂ ਦੀ
ਝੋਨੇ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਅਕਾਲੀ ਆਗੂ ਵਿਕਰਮ ਮਜੀਠੀਆ ਵੱਲੋਂ ਵੀ ਖਰਾਬ ਹੋਈਆਂ ਫਸਲਾਂ ਦਾ ਮੁਆਇਨਾ ਕੀਤਾ ਗਿਆ, ਜਿਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਬਾਦਲ ਵੱਲੋਂ 50,000 ਰੁਪਏ ਪ੍ਰਤੀ ਏਕੜ ਤੱਕ ਮੁਆਵਜ਼ਾ ਵੀ ਦਿੱਤਾ ਜਾਵੇਗਾ, ਜਦਕਿ ਮੌਜੂਦਾ ਸਰਕਾਰ ਨੇ ਇੱਕ ਪੈਸਾ ਵੀ ਮੁਆਵਜ਼ਾ ਨਹੀਂ ਦਿੱਤਾ। ਡੀਏਪੀ ਦਾ ਅੱਜ ਤੁਸੀਂ ਜਾ ਕੇ ਵੇਖੋ ਕਿ ਇਸ ਤਰੀਕੇ ਨਾਲ ਕਾਲਾ ਬਾਜ਼ਾਰੀ ਹੋ ਰਹੀ ਆ। 1200 ਦੀ ਬੋਰੀ 16-1700 ਦੀ ਵੀ ਨਹੀਂ ਮਿਲ ਰਹੀ, ਮਿਲਦੀ ਨਹੀਂ, ਉਹ ਵੀ ਮਿਲਦੀ। ਆ ਸੁਣੀ ਜਾਓ ਤੁਸੀਂ ਗੱਲਾਂ ਇਹਨਾਂ ਦੀ, ਸੁਣੋ। ਔਰ ਹਾਲ ਹਰ ਡੀਜ਼ਲ ਪੈਟਰੋਲ 1600 ਦੀ ਲਈ ਆ, ਸੁਣੋ। ਮਟਰ ਵਾਲੀ 4 ਬੋਰੀਆਂ ਲਈ 1600 ਦੇ ਹਿਸਾਬ ਨਾਲ ਨਹੀਂ ਦਿੰਦੇ। ਉਹ ਕੱਲੀ ਖਾਦ ਨਹੀਂ ਮਿਲਦੀ, ਨਾਲ ਉਹਦੇ ਨਾਲ ਐਕਸਟਰਾ ਹੋਰ ਚੀਜ਼ਾਂ ਲੈਣੀਆਂ ਪੈਂਦੀਆਂ। ਬਲੈਕ ਹੋਰ ਚੀਜ਼ਾਂ ਨਵਾਂ ਇਹ ਕੰਮ ਨਹੀਂ ਹੋਇਆ। ਜੇ ਪਹਿਲਾਂ 16-1700 ਦੀ ਮਿਲੇ ਤੇ ਨਾਲ 2-3 ਹੋਰ ਚੀਜ਼ਾਂ ਫੜਾ ਦੇ, 100-200 ਉਹਦਾ ਵੀ ਝਾੜ ਲੈਂਦੀ, ਜਿਹੜਾ ਹੈ ਹੀ ਨਹੀਂ ਕਿਸੇ ਕੰਮ ਦੀ। ਮਤਲਬ ਕਾਰਪੋਰੇਸ਼ਨ ਮਹਿਕਮਾ ਜਿਹੜਾ ਹੈ ਉਹ ਇਸ ਕਾਲਾ ਬਾਜ਼ਾਰੀ ਨੂੰ ਸਰਕਾਰ ਰੋਕਣ ਦੀ ਜਗ੍ਹਾ ਪ੍ਰਾਈਵੇਟ ਜਿਹੜੇ ਕੰਪਨੀਆਂ ਨਾਲ ਆਪਦੀਆਂ ਹੋਰ ਚੀਜ਼ਾਂ ਵੇਚਣੀਆਂ ਚਾਹੁੰਦੇ ਉਹਦਾ ਵੀ ਬੋਝ ਪਾ ਰਹੇ ਮਤਲਬ ਆ ਵੀ ਲੈ ਨਾਲ ਫੇਰ ਦਵਾਂਗੇ ਤੈਨੂੰ ਡੀਏਪੀ ਦੀ ਖਾਦ, ਔਰ ਉਹ ਵੀ 1200 ਤੇ ਨਹੀਂ ਦਵਾਂਗੇ ਫੇਰ 16-1700 ਤੇ। ਯਾਨੀ ਕਿ ਹਰਾਸ ਕੀਤਾ ਜਾ ਰਿਹਾ, ਕਿਸੇ ਨਾ ਕਿਸੇ ਤਰੀਕੇ ਹਰਾਸ ਕਰ ਕਰਕੇ ਜਿਹੜਾ ਵਾ ਧੱਕੇ ਨਾਲ ਸਮਾਨ ਖਰੀਦਦਾ। ਯਾਰ ਤੁਸੀਂ ਇੱਕ ਗੱਲ ਵੇਖੋ, ਕੱਲਾ ਨਾ ਤੁਸੀਂ ਇਹ ਨਾ ਵੇਖੋ ਕਿ ਇਹਨੇ 50,000 ਇਹ ਤੇ ਠੇਕੇ ਤੇ ਲਈ, ਇਹਨੇ 15-20,000 ਖਰਚ ਕੀਤਾ। ਇਹਦੇ ਇਹ ਵੀ ਵੇਖੋ ਕਿ ਇਹ ਜਿਹੜਾ ਬਿਜਲੀ ਦਾ ਰੇਟ ਉਹ ਕਿੰਨਾ ਭਰ ਰਿਹਾ ਹੈ, 11-12 ਰੁਪਏ ਉਹ ਭਰ ਰਹੇ। ਪੈਟਰੋਲ ਡੀਜ਼ਲ 100 ਰੁਪਏ ਤੋਂ ਵੱਧ ਗਿਆ, 40-40 ਰੁਪਈਆ ਉਹ ਤੇ ਟੈਕਸ ਦੇ ਰਹੇ ਤੇ ਕਿਸਾਨੀ ਨੂੰ ਤਾਂ ਟੈਕਸ ਮਾਫ ਹੈ, ਮਗਰ ਇਹਨਾਂ ਤੋਂ ਹਰ ਵੱਖਰੀ ਹੋਰ ਚੀਜ਼ਾਂ ਤੋਂ ਟੈਕਸ ਲਿਆ ਜਾ ਰਿਹਾ। ਡੀਏਪੀ ਜਿਹੜੀ 1200 ਦੀ ਸੀ ਉਹ 1600 ਤੇ ਨਾਲ ਉਹਦੇ ਨਾਲ 200-300 ਰੁਪਈਆ ਹੋਰ ਝਾੜ ਲੈਂਦੇ ਕੋਈ ਚੀਜ਼ ਦਾ। ਇੱਕ ਮਾਰ ਵੇਖੋ ਕਿ ਇਸ ਤਰੀਕੇ ਨਾਲ ਲੋਕਾਂ ਨੂੰ ਚੂਸਿਆ ਜਾ ਰਿਹਾ, ਮਗਰ ਕੋਈ ਜ਼ਿਕਰ ਹੈ, ਕੋਈ ਚਰਚਾ ਹੈ, ਕੋਈ ਮਤਲਬ ਇੱਕ ਵੀ ਦਿਨ ਡਿਬੇਟ ਹੋਈ ਹੈ ਇਸ ਮੁੱਦੇ ਤੇ। ਆ ਹੁਣ ਮੰਡੀਆਂ ਦਾ ਹਾਲ ਕੀ ਰਿਹਾ ਜੀ? ਮੰਡੀਆਂ 'ਚ ਕਈਆਂ ਨੇ ਆਪ ਦੀ ਫਸਲ 1300, 1400, 1500 ਤੇ ਸੁੱਟ ਕੇ ਆ ਗਏ। ਨਵੀਂ ਦਾ ਰੌਲਾ, ਫਲਾਣਾ ਰੌਲਾ, ਢੀਂਗੜਾ ਰੌਲਾ, ਮਤਲਬ ਫਿਰ ਕਦੇ ਫਰਦਾਂ ਦਾ ਮਸਲਾ, ਕੋਈ ਹੈ ਹੀ ਨਹੀਂ, ਸਿਸਟਮ ਹੀ ਕੋਈ ਨਹੀਂ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਸੰਬੰਧੀ ਕੀਤੇ ਐਲਾਨ ਤੇ ਕਟਾਕਸ ਕੱਸਿਆ ਗਿਆ, ਜਿਨ੍ਹਾਂ ਆਖਿਆ ਕਿ ਪਹਿਲਾਂ ਵੀ 4.5 ਸਾਲ ਕੈਪਟਨ ਸਾਹਿਬ ਨੇ ਪਾਰਟੀਆਂ ਹੀ ਕੀਤੀਆਂ ਹਨ, ਹੁਣ ਨਵੀਂ ਪਾਰਟੀ ਬਣਾ ਲੈਣਗੇ। ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਇਸ ਵਾਰ ਆਪ ਨੂੰ ਮੌਕਾ ਦੇਣਗੇ। ਵਧਾਈਆਂ ਜੀ ਉਹਨਾਂ ਨੂੰ, ਪਾਰਟੀ ਬਣਾ ਰਹੇ ਨੇ ਜੀ। ਉਹਨਾਂ ਕੋਲ ਜਿਹੜੀ ਪਹਿਲਾਂ ਵਾਲੀ ਪਾਰਟੀ ਹੈ ਉਹ ਉਹਨਾਂ ਨੇ ਪਾਰਟੀਆਂ ਕਰ ਕੱਢਤੀ। 4.5 ਸਾਲ ਤਾਂ ਪਾਰਟੀਆਂ ਕੀਤੀਆਂ ਉਹਨਾਂ ਨੇ, ਤੇ ਫਿਰ ਉਹ ਨਵੀਂ ਪਾਰਟੀ ਬਣਾ ਰਹੇ ਨੇ। ਨਹੀਂ, ਉਹ ਤੁਹਾਨੂੰ ਕੀ ਲੱਗਦਾ ਵੀ ਇਹ ਵੋਟ ਬੈਂਕ ਨੂੰ ਖਿਸਕਾਉਣ ਦੀ ਕੋਸ਼ਿਸ਼ ਹੈ? ਕਹਿੰਦੇ ਕਿ ਬਿੱਲ ਵਾਪਸ ਲਓਗੇ ਤਾਂ ਮੈਂ ਸਹਿਯੋਗ ਕਰ ਸਕਦਾਗਾ। ਕੋਈ ਬੈਂਕ ਬੁੰਕ ਨਹੀਂ ਕਿਸੇ ਦੀ। ਹੁਣ ਲੋਕਾਂ ਨੇ ਮਨ ਬਣਾ ਰੱਖਿਆ ਕਿ ਇਹਨਾਂ ਦੋਨਾਂ ਤੋਂ ਖਹਿੜਾ ਛਡਾਉਣਾ। ਇਹਨਾਂ ਨੇ ਸਵਿਸ ਬੈਂਕ ਇਹਨਾਂ ਕੋਲੇ, ਹੁਣ ਵੋਟ ਬੈਂਕ ਨਹੀਂ ਰਿਹਾ ਇਹਨਾਂ ਕੋਲੇ। ਤੇ ਅਰੂਸ਼ਾ ਜੀ ਦਾ ਮੁੱਦਾ ਚੱਲ ਰਿਹਾ ਜੀ ਸੈਂਟਰਲ। ਅਰੂਸ਼ਾ ਪੰਜਾਬ ਦਾ ਮੁੱਦਾ ਨਹੀਂ ਹੈ ਜੀ। ਪੰਜਾਬ ਦਾ ਮੁੱਦਾ ਮੇਰੇ ਵਾਸਤੇ ਬੇਰੁਜ਼ਗਾਰ ਨੇ ਜਿਹੜੇ ਟੈਂਕੀਆਂ ਜਿਹੜੇ ਫਿਰਦੇ ਨੇ, ਮੇਰੇ ਵਾਸਤੇ ਉਹ ਜਿਹੜੇ ਮੰਤਰੀਆਂ ਦੇ ਘਰਾਂ ਮੂਹਰੇ ਟੈਂਟ ਲਾਈ ਬੈਠੇ ਨੇ, ਮੇਰੇ ਵਾਸਤੇ ਉਹ ਨੇ ਜਿਹੜੇ ਧਰਨੇ ਦੇਈ ਬੈਠੇ ਨੇ, ਮੇਰੇ ਵਾਸਤੇ ਉਹ ਨੇ ਮੁੱਦਾ ਜਿਹੜੇ ਆਂਗਣਵਾੜੀ ਵਾਲੀਆਂ ਵਿਚਾਰੀਆਂ ਕੁੱਟ ਖਾਂਦੀਆਂ ਫਿਰਦੀਆਂ ਨੇ, ਕੋਈ ਕਿਤੇ 931 ਵਾਲੇ ਫਿਰਦੇ ਨੇ ਕੱਚੇ ਜਿਹੜੇ ਟੀਚਰ ਨੇ। ਸੋ ਇਹ ਧਿਆਨ ਭੜਕਾਉਣ ਦੀਆਂ ਗੱਲਾਂ ਨੇ, ਇਹ ਆਪਦੀਆਂ ਅਯਾਸ਼ੀਆਂ ਦੀਆਂ ਗੱਲਾਂ ਸੁਣਾਉਂਦੇ ਨੇ। ਸੋ ਉਹ ਕੀ ਕਰ ਰਹੇ ਨੇ? ਫੋਟੋਆਂ ਦਿਖਾ ਰਹੇ ਨੇ, ਉਹਦੇ ਨਾਲ ਫੋਟੋ ਹੈ ਸੈਂਟਰ ਦੇ, ਸੁਸ਼ਮਾ ਸਵਰਾਜ ਰਾਣਾ ਵੀ ਉਹਦੇ ਨਾਲ। ਤੁਸੀਂ ਕਿਸੇ ਪਿੰਡ ਚਲੇ ਜਾਇਓ, ਉੱਥੇ ਕਿਸੇ ਗਰੀਬ ਬੰਦੇ ਨੂੰ ਪੁੱਛ ਲਿਓ ਕਿ ਰੂਸਾ ਦੀਆਂ ਫੋਟੋਆਂ ਨਾਲ ਤੁਹਾਡੇ ਘਰ ਦੇ ਚੁੱਲ੍ਹੇ 'ਤੇ ਚੱਗ ਮੱਚ ਰਹੀ ਹੈ, ਕਿ ਕਿਹਦੇ ਨਾਲ ਨਹੀਂ ਹੈਗੀ, ਕਿਹਦੇ ਨਾਲ ਹੈਗੀ ਹੈ। ਉਹ ਕਹਿੰਦਾ ਮੈਂ ਕੀ ਲੈਣਾ ਜੀ, ਮੇਰੇ ਜਵਾਕ ਨੂੰ ਨੌਕਰੀ ਮਿਲ ਜੇ। ਕਿਸਾਨ ਕਹਿੰਦਾ ਮੇਰੀ ਫਸਲ ਵਿਕ ਜੇ, ਮੈਨੂੰ ਮੁਆਵਜ਼ਾ ਮਿਲ ਜੇ ਗੜੇਮਾਰੀ ਦਾ। ਸੋ ਇਹ ਮੁੱਦਾ ਨਹੀਂ ਹੈਗਾ, ਇਹ ਤਾਂ ਇਹਨਾਂ ਦੀਆਂ ਆਪਦੀਆਂ ਕੁਰਸੀਆਂ ਦੀਆਂ ਲੜਾਈਆਂ ਨੇ, ਆਪਦੀਆਂ ਅਯਾਸ਼ੀਆਂ ਦੀਆਂ ਜਿਹੜੀਆਂ ਕਹਾਣੀਆਂ ਨੇ ਇਹਨਾਂ ਦੀਆਂ। 18 ਨੂੰ 31 ਪ੍ਰੋਗਰਾਮ ਕਿੱਥੇ ਨੇ ਜੀ ਜਿਹੜੇ ਕਹਿੰਦੇ ਸੀ ਕਰ ਦਾਂਗੇ ਅਸੀਂ? ਜੋ ਸਿੱਧੂ ਨੇ ਵੀ ਕਿਹਾ ਸੀ, ਮੁੱਖ ਮੰਤਰੀ ਵੀ ਚੇਂਜ ਕਰਤਾ ਇਹਨਾਂ ਨੇ। ਨਹੀਂ, 18 ਨੂੰ 31 ਪ੍ਰੋਗਰਾਮ ਕਿਹੜਾ? ਹੁਣ ਤੁਸੀਂ ਇੰਨਾ ਤੁਸੀਂ ਬਹੁਤ ਨਹੀਂ ਹੈਗਾ ਵੀ ਮੁੱਖ ਮੰਤਰੀ ਸਾਹਿਬ ਕਦੇ ਕਿਸੇ ਦੀ ਰੋਟੀ ਖਾ ਲੈਂਦੇ ਨੇ ਘਰੇ ਜਾ ਕੇ, ਕਦੇ ਕਿਸੇ ਡੋਲੀ ਨੂੰ ਰੋਕ ਕੇ ਸ਼ਗਨ ਦੇ ਦਿੰਦੇ ਨੇ, ਤੇ ਕਦੇ ਕਿਤੇ ਤਾਰ ਤੋਂ ਢਿੱਲੀ ਹੈ ਤਾਂ ਪਲਾਸ ਨਾ ਕੱਸ ਦਿੰਦੇ ਨੇ। ਉਹ ਬਹੁਤ ਹੈ ਯਾਰ, ਇੰਨਾ ਕਿ ਹੋਵੇ ਨਾ ਤਾਂ ਹੋਰ ਤਾਂ ਕੁਛ ਹੋਣਾ ਨਹੀਂ। ਪੰਜਾਬ ਦੀ ਸਿਆਸਤ ਵਿੱਚ ਹਾਸ਼ੀਏ ਤੇ ਬੈਠੀ ਭਾਜਪਾ ਵੱਲੋਂ ਚੰਡੀਗੜ੍ਹ ਵਿਖੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦੀ ਅਗਵਾਈ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਨਵਾਂ
ਪੰਜਾਬ ਭਾਜਪਾ ਦੇ ਨਾਲ ਦਾ ਨਾਅਰਾ ਦਿੱਤਾ ਗਿਆ। ਮੰਤਰੀ ਸ਼ੇਖਾਵਤ ਨੇ ਸਾਫ਼ ਕੀਤਾ ਕਿ ਜੇਕਰ ਕੈਪਟਨ ਭਾਜਪਾ ਦੀ ਵਿਚਾਰਧਾਰਾ ਨਾਲ ਸਹਿਮਤ ਹੁੰਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ। ਜਿਨ੍ਹਾਂ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲੇ ਹੋਣ ਦਾ दावा भी एक बार मुड़ किया। देखिए, जहां तक कैप्टन अमरिंदर सिंह जी का प्रश्न है और जो कुछ उन्होंने स्टेटमेंट दिया है, मुझे लगता है कि उसका जवाब वही दे सकते हैं। लेकिन मैं एक बात स्पष्टता के साथ में कह सकता हूं और पूरी जिम्मेदारी के साथ में कह सकता हूं कि भारतीय जनता पार्टी की विचारधारा के साथ में सहमति व्यक्त करते हुए हमारे साथ चलने वाले हर कदम और हर कंधे का हम स्वागत करेंगे, बाहें फैला करके स्वागत करेंगे। जो हमारी विचारधारा और लक्ष्य की प्राप्ति के लिए हमारे साथ कदम ताल करने को तैयार है, उन सबका भारतीय जनता पार्टी के साथ में स्वागत है। किसानों के लिए बातचीत के लिए मैंने विस्तार से अभी कहा, हमारा दरवाजा, हमारे घर का दरवाजा और दिल का दरवाजा किसानों के लिए खुला था, है और रहेगा। जब कभी भी वार्ता करने के लिए किसान संगठन चाहें, हम वार्ता करने के लिए तैयार हैं, लेकिन वार्ताएं बराबरी के स्तर पर बैठ करके होती है। यदि दुराग्रह के साथ में कोई वार्ता करने न आए तो मुझे लगता है कि जितना भारत सरकार का कर्तव्य उतना ही सब लोगों का है। जैसा मैंने कहा कि कुछ लोग राजनीतिक महत्वाकांक्षाओं पे चलते हुए शायद वार्ता न करना चाहते हो, लेकिन मैं ये मानता हूं कि मैं विश्वास के साथ में एक बात अपनी सरकार की तरफ से कह सकता हूं कि हमारे दरवाजे जो है ऐसे सारे आंदोलनकर्ताओं के लिए खुले। नए पंजाब से अभिप्रेत यह है कि पंजाब नशा मुक्त हो, पंजाब की युवा पीढ़ी बेरोजगारी का जो दंश झेल रही है, पंजाब में जिस तरह का अशांति का वातावरण और माहौल खड़ा किया गया है। मैं जब अखबार में देख रहा था आज सुबह, मुझे हंसी आती है कि सरकार के 3 महीने बचे हैं और वो जनता के धन का दुरुपयोग कर रही है और वर्चुअल इन्वेस्टर समिट कर रही है। इन्वेस्टर समिट करने के लिए पहले स्थायी शासन और शांति का माहौल देना पहली आवश्यकता है। मैं एक बात विश्वास के साथ में कह सकता हूँ कि पंजाब में सारी संभावनाएं, पंजाब में कृषि है, पंजाब में इंडस्ट्रीज के डेवलपमेंट की संभावना है, पंजाबियों में एंटरप्रेन्योरशिप है, पंजाब में रिसोर्सेज हैं, पंजाब में पानी है, पंजाब में बिजली है। एक चीज मिसिंग है, वो है इकोसिस्टम, जो बिजनेस फ्रेंडली, इन्वेस्टमेंट फ्रेंडली इकोसिस्टम नहीं है। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ 17 ਨਵੰਬਰ ਤੋਂ 19 ਨਵੰਬਰ ਤੱਕ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾਵੇਗਾ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰ ਸਿੰਘ ਵੱਲੋਂ ਪੂਰੀ ਦੁਨੀਆ ਵਿੱਚ ਵਸਦੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚ ਕੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਤੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪੁਲੋਵਾ। ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਆਗਮਨ 17, 18, 19 ਨਵੰਬਰ ਨੂੰ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਸੰਗਤਾਂ ਮੇਰੀ ਆਵਾਜ਼ ਸੁਣ ਰਹੀਆਂ ਹਨ, ਹਿੰਦੁਸਤਾਨ ਦੀ ਧਰਤੀ 'ਤੇ ਜਿਹੜੀਆਂ ਸੰਗਤਾਂ ਮੇਰੀ ਆਵਾਜ਼ ਸੁਣ ਰਹੀਆਂ ਹਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਦੀ ਸਰਕਾਰ ਇਹ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਬੜੇ ਉੱਚੇ ਪੱਧਰ 'ਤੇ ਮਨਾਉਣਾ ਕਰ ਰਹੀ ਹੈ। ਸੋ ਮੈਂ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਪਹੁੰਚੋ। ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ, ਤਾਂ ਜੋ ਸਿੱਖੀ ਦਾ ਮੁੱਢ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੈ, ਜਿੱਥੋਂ ਸਿੱਖੀ ਦੀ ਸ਼ੁਰੂਆਤ ਹੋਈ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਉਹ ਸਿਧਾਂਤ ਦਿਖਾਈਏ ਜਿੱਥੋਂ ਸਿੱਖੀ ਦਾ ਮੁੱਢ ਹੈ, ਆਪਣਾ ਵਿਰਸਾ ਦਿਖਾਈਏ ਜਿੱਥੋਂ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੈ ਔਰ ਸਿੱਖੀ ਦੀ ਸ਼ੁਰੂਆਤ ਹੋਈ ਹੈ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਾਕਿਸਤਾਨ ਦੇ ਵਿੱਚ ਇਸ ਟਾਈਮ ਕੋਵਿਡ ਦੀ ਸੂਰਤ ਹਾਲ ਤਕਰੀਬਨ ਨਾਰਮਲ ਹੈ ਔਰ ਨਾ ਅਸੀਂ ਕੋਈ ਕੁਆਰੰਟਾਈਨ ਕਰ ਰਹੇ ਹਾਂ। ਸਿਰਫ ਜੋ ਕਰੋਨਾ SOPs ਨੇ ਅਸੀਂ ਉਸ ਨੂੰ ਜ਼ਰੂਰ ਫੋਲੋ ਕਰਾਂਗੇ ਔਰ ਉਹਦੇ ਵਾਸਤੇ ਜਿਹੜੇ ਲੋਕ ਵੈਕਸੀਨੇਟਡ ਨੇ ਜਾਂ ਜੋ ਆਉਣ ਤੋਂ ਪਹਿਲੇ ਕਰੋਨਾ ਦਾ ਜੋ ਰਿਪੋਰਟ ਹੁੰਦੀ ਹੈ ਉਹ ਜ਼ਰੂਰੀ ਹੈ। ਬਾਕੀ ਕਿਸੇ ਚੀਜ਼ ਦੀ ਤੁਹਾਨੂੰ ਦਿੱਕਤ ਨਹੀਂ ਹੋਏਗੀ। ਮੈਂ ਇੱਕ ਵਾਰੀ ਫੇਰ ਦੇਸ਼ਾਂ ਵਿਦੇਸ਼ਾਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਜਿਸ ਗੁਰਧਾਮਾਂ ਵਾਸਤੇ ਅਸੀਂ ਸੁਬਾਹ ਸ਼ਾਮ 2 ਟਾਈਮ ਅਰਦਾਸ ਕਰਦੇ ਹਾਂ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨ ਹੋ ਜਾਣ, ਸੇਵਾ ਸੰਭਾਲ ਮਿਲ ਜਾਏ। ਸੋ ਮੈਂ ਬੇਨਤੀ ਕਰਾਂਗਾ
ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਵੱਧ ਤੋਂ ਵੱਧ ਸੰਗਤਾਂ ਪਾਕਿਸਤਾਨ ਆਓ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੈਕਿਊ ਟਰਸਟ ਪ੍ਰਾਪਰਟੀ ਬੋਰਡ, ਪਾਕਿਸਤਾਨ ਦੀ ਸਰਕਾਰ, ਸਾਰੇ ਲੋਕ ਤੁਹਾਡੀ ਸੇਵਾ ਵਾਸਤੇ ਦਿਨ ਰਾਤ ਹਾਜ਼ਰ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।